ਕਿ ਜਿਹੜਾ ਪੰਜਾਬ ਦਾ ਯੂਥ ਆ ਜੀ ਉਹ ਤਾਂ ਕੰਮ ਕਰਕੇ ਹੀ ਨਹੀਂ ਰਾਜੀ, ਉਹ ਤਾਂ ਵਾਈਟ ਕਾਲਰ ਜੌਬ ਭਾਲਦਾ ਵਾ। ਅੱਜ ਮਜ਼ਦੂਰ ਇੱਕ ਬਿਮਾਰੀ ਦੀ ਹਾਲਤ ਦੇ ਵਿੱਚ ਆ, ਬਿਮਾਰ ਆ, ਤੇ ਜਿਹੜੇ ਪੈਸੇ ਅਸੀਂ ਉਹਦੀ ਤਨਖਾਹ ਮਗਰ ਪੌਣੇ 5% 100 ਰੁਪਏ ਮਗਰ 4 ਰੁਪਏ 75 ਪੈਸੇ ਸਰਕਾਰ ਨੂੰ ਦਿੰਨੇ ਆ। ਅੱਜ ਅਗਰ ਉਹਨੂੰ ਲੋੜ ਪੈ ਗਈ ਤਾਂ ਉਹਦੇ ਵਿੱਚੋਂ ਸਰਕਾਰ ਅਗਰ 1 ਮਹੀਨੇ ਦੀ ਤਨਖਾਹ 2 ਮਹੀਨੇ ਦੀ ਸੈਲਰੀ ਤੇ ਵੇਜਸ ਦੇ ਦੇਵੇ ਤਾਂ ਸਰਕਾਰ ਨੂੰ ਕੋਈ ਫਰਕ ਨਹੀਂ ਪੈਣਾ। ਸਰਕਾਰ ਵੱਡੇ ਵੱਡੇ ਇੰਡਸਟਰੀਲਿਸਟ ਨੂੰ ਕਹਿ ਰਹੀ ਹੈ ਵੀ ਚੰਦਾ ਦਿਓ, ਪੀਐਮ ਰਿਲੀਫ ਫੰਡ 'ਚ ਤੁਸੀਂ ਪੈਸੇ ਦਿਓ। ਜੇ ਇੰਡਸਟਰੀਆਂ ਹੀ ਨਹੀਂ ਚੱਲਣਗੀਆਂ, ਇੰਡਸਟਰੀਲਿਸਟ ਫੰਡ ਵੀ ਕਿੱਥੋਂ ਦੇਣਗੇ? 638 ਕਰੋੜ ਰੁਪਈਆ ਸੈਂਟਰ ਗਵਰਨਮੈਂਟ ਵੱਲੋਂ ਪੰਜਾਬ ਸਰਕਾਰ ਨੂੰ ਭੇਜਿਆ ਗਿਆ ਵਾ, ਤੇ ਸਰਕਾਰਾਂ ਨੂੰ ਨਹੀਂ ਪ੍ਰੈਸ਼ਰਾਈਜ਼ ਕਰਨਾ ਚਾਹੀਦਾ ਇਸ ਵਕਤ ਇੰਡਸਟਰੀ ਨੂੰ ਕਿ ਤੁਸੀਂ ਉਹਦਾ ਪੈਸਾ ਦਿਓ। ਸਾਨੂੰ ਕਹਿ ਰਹੇ ਆ ਕਿ ਤੁਹਾਨੂੰ ਉਹਦਾ ਇਨਕਮ ਟੈਕਸ ਦੇ ਵਿੱਚ ਰਿਫੰਡ ਮਿਲ ਜਾਏਗਾ। ਅਸੀਂ ਇਨਕਮ ਟੈਕਸ ਦਾ ਬੈਨੀਫਿਟ ਲੈ ਕੇ ਉਹਦੇ 'ਚ ਕੀ ਕਰਨਾ ਵਾ? ਅੱਜ ਤਾਂ ਸਾਨੂੰ ਆਪਣੇ ਘਰ ਚਲਾਉਣੇ ਔਖੇ ਹੋਏ ਪਏ ਨੇ। ਕੁਲਾਰ ਸਾਹਿਬ, ਜੇ ਹੋਰ ਏਦਾਂ ਹੀ ਖਰਾਬ ਸਥਿਤੀ ਚੱਲਦੀ ਰਹੀ ਤਾਂ ਫੈਕਟਰੀਆਂ ਦਾ ਕੀ ਬਣੂਗਾ? ਜਿੰਨੀ ਦੇਰ ਤੱਕ ਚੇਨ ਨਹੀਂ ਖੁੱਲੇਗੀ, ਸਾਨੂੰ ਕੱਲਿਆਂ ਨੂੰ ਫੈਕਟਰੀ ਖੋਲ ਕੇ ਉਸ ਦਾ ਕੋਈ ਫਾਇਦਾ ਨਹੀਂ ਹੋਣਾ। ਔਰ ਰॉ ਮਟੀਰੀਅਲ ਘੱਟ ਆ। ਅਸੀਂ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਕਹਿੰਦੇ ਆ ਕਿ 22 ਮਾਰਚ ਤੋਂ ਲੈ ਕੇ 3 ਮਈ ਤੱਕ, ਜਦੋਂ ਤੱਕ ਦਾ ਲਾਕਡਾਊਨ ਪੀਰੀਅਡ ਆ, ਜਿਹੜਾ ਇੰਟਰਸਟ ਵਾ ਇਹਦੇ ਉੱਤੇ ਵੀ ਲਾਕਡਾਊਨ ਹੋਣਾ ਚਾਹੀਦਾ ਵਾ। ਅਸੀਂ ਜਿਹੜੇ ਪੈਸੇ ਆ ਉਹ ਮਹੀਨੇ ਦੇ ਵਿੱਚ ਆਪਣਾ ਕੰਮ ਕਰਕੇ ਕਮਾ ਕੇ ਉਹਦੇ ਵਿੱਚੋਂ ਦਿੰਦੇ ਸੀਗੇ। ਅੱਜ ਸਾਡੀ ਕਮਾਈ ਤਾਂ ਬਿਲਕੁਲ ਬੰਦ ਹੋ ਗਈ ਆ। 20 ਤੋਂ 25% ਜਿਹੜੀ ਲੇਬਰ ਕਾਸਟ ਆ ਉਹਦੇ ਵਿੱਚ ਸਾਡੇ ਪ੍ਰੋਡਕਟ ਦੇ ਵਿੱਚ ਉਹਦੀ ਕੰਟਰੀਬਿਊਸ਼ਨ ਆ। ਤਾਂ ਪੂਰੇ ਭਾਰਤ ਦੇ ਵਿੱਚ ਇਸ ਟਾਈਮ ਲਾਕਡਾਊਨ ਲੱਗਿਆ ਹੋਇਆ ਤੇ ਪੰਜਾਬ ਦੇ ਵਿੱਚ ਵੀ ਕਰਫਿਊ ਜਾਰੀ ਹੈ, ਤੇ ਜਿਸ ਕਰਕੇ ਇੰਡਸਟਰੀਆਂ ਬੰਦ ਪਈਆਂ ਨੇ। ਇੰਡਸਟਰੀਆਂ ਦੇ ਹੌਲੀ ਹੌਲੀ ਹੁਣ ਲੱਕ ਟੁੱਟਣੇ ਸ਼ੁਰੂ ਹੋ ਚੁੱਕੇ ਨੇ, ਕਿਉਂਕਿ ਗਵਰਨਮੈਂਟ ਇੰਡਸਟਰੀਜ਼ ਖੋਲਣ ਦੀ ਪਰਮਿਸ਼ਨ ਦੇ ਨਹੀਂ ਰਹੀ। ਤੇ ਪਰ ਨਾਲ ਨਾਲ ਗਵਰਨਮੈਂਟ ਕਹਿ ਰਹੀ ਹੈ ਕਿ ਫੈਕਟਰੀਜ਼ 'ਚ ਜੋ ਤੁਹਾਡੇ ਲੇਬਰਸ ਨੇ ਉਹਨਾਂ ਨੂੰ ਤਨਖਾਹਾਂ ਦਿਓ, ਪਰ ਜਦ ਤੱਕ ਇੰਡਸਟਰੀ ਚੱਲੂਗੀ ਨਹੀਂ ਤਾਂ ਉਹ ਤਨਖਾਹਾਂ ਕਿੱਥੋਂ ਦੇਣਗੇ? ਤਾਂ ਇਸ ਤੇ ਹੀ ਗੱਲਬਾਤ ਕਰਨ ਲਈ ਸਾਡੇ ਨਾਲ ਇੰਡਸਟਰੀਜ਼ ਗੁਰਮੀਤ ਸਿੰਘ ਕੁਲਾਰ ਜੀ ਮੌਜੂਦ ਨੇ। ਕੁਲਾਰ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ। ਥੈਂਕ ਯੂ ਜੀ, ਥੈਂਕ ਯੂ ਸਰ, ਇੱਕ ਸਵਾਲ ਮੇਰਾ ਪਹਿਲਾ, ਕਰੋਨਾ ਵਾਇਰਸ ਦਾ ਹਾਲ ਤਾਂ ਸਭ ਕੋਈ ਦੱਸੀ ਜਾਂਦਾ ਵੀ ਦੇਸ਼ ਵਿੱਚ ਇਹ ਚੱਲ ਰਿਹਾ, ਇੰਡਸਟਰੀਜ਼ ਦੀ ਕੋਈ ਸਾਰ ਨਹੀਂ ਲੈ ਰਿਹਾ। ਇੰਡਸਟਰੀਜ਼ ਦਾ ਕੀ ਹਾਲ ਹੈ ਇਸ ਟਾਈਮ? ਦੇਖੋ, ਇੰਡਸਟਰੀ ਬੜੇ ਖਰਾਬ ਜਿਹੜਾ ਹੈਗਾ ਵਾ ਦੌਰ ਦੇ ਵਿੱਚੋਂ ਲੰਘ ਰਹੀ ਆ। ਕਿਉਂਕਿ ਇੰਡਸਟਰੀ ਟੋਟਲੀ 21 ਤਰੀਕ ਦੀ ਲਾਕਡਾਊਨ ਦੇ ਵਿੱਚ ਆ। ਔਰ ਅਸੀਂ ਗੱਲ ਕਰਦੇ ਹਾਂ ਕਿ ਕੱਲੀ ਇੰਡਸਟਰੀ ਨਹੀਂ, ਸਾਡੇ ਵੈਂਡਰਸ, ਰਿਟੇਲ ਸ਼ਾਪਸ, ਹਰ ਚੀਜ਼ਾਂ ਲਾਕਡਾਊਨ ਦੇ ਉੱਤੇ ਨੇ। ਜਿਹੜੀਆਂ ਚੀਜ਼ਾਂ ਅਨਲੌਕਡ ਨੇ ਉਹ ਹੈਗਾ ਬੈਂਕ ਦਾ ਇੰਟਰਸਟ। ਅਨਲੌਕਡਾਊਨ ਆ ਸਾਡੇ ਵਾਸਤੇ ਕਿ ਉਹ ਲਾਕਡਾਊਨ 'ਚ ਨਹੀਂ ਹੈਗਾ। ਬੈਂਕ ਦਾ ਮੀਟਰ 24 ਘੰਟੇ ਚੱਲ ਰਿਹਾ ਵਾ। EMIs ਜਿੰਨੀਆਂ ਵੀ ਸੀ, ਜਿਹੜੀਆਂ ਮੰਥਲੀ ਇੰਸਟਾਲਮੈਂਟਸ, ਉਹ ਵੀ ਸਭੀਆਂ ਪੈ ਰਹੀਆਂ ਨੇ। ਠੀਕ ਹੈ, ਇਹ ਇੰਨਾ ਮਾੜਾ ਦੌਰ ਮੈਂ ਆਪਣੀ ਲਾਈਫ ਦੇ ਵਿੱਚ ਪਹਿਲਾਂ ਨਹੀਂ ਦੇਖਿਆ ਕਿ ਸਭ ਕੁਝ ਲਾਕਡਾਊਨ ਹੋਣ ਦੇ ਬਾਵਜੂਦ ਇੰਡਸਟਰੀ ਦੇ ਉੱਤੇ ਦਿਨ ਬ ਦਿਨ ਬੋਝ ਵੱਧਦਾ ਜਾ ਰਿਹਾ ਵਾ। ਜਿਹੜੇ ਬੈਂਕਸ ਦੇ ਇੰਟਰਸਟ ਪੈ ਰਹੇ ਨੇ। ਔਰ ਇਸ ਤੋਂ ਇਲਾਵਾ ਮੈਂ ਗੱਲ ਕਰਦਾ ਵਾ ਕਿ ਜਿਹੜੇ ਬਿਜਲੀ ਦੇ ਬਿੱਲ ਵਾ ਉਹ ਸਰਕਾਰ ਨੇ 2 ਮਹੀਨੇ ਵਾਸਤੇ ਸਿਰਫ ਫਿਕਸ ਚਾਰजेस ਖਤਮ ਕੀਤੇ ਆ। ਔਰ ਜਿਹੜੀ ਕੰਜ਼ੰਪਸ਼ਨ ਆ ਉਹਦਾ ਬਿੱਲ ਲੈਣ ਲਈ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਵਾ। ਪਰ ਇਸ ਵੇਲੇ ਸਾਡੇ ਕੋਲੇ ਪੈਸੇ ਹੀ ਨਹੀਂ ਹੈਗੇ। ਕੰਜ਼ੰਪਸ਼ਨ ਦੇਣ ਵਾਸਤੇ ਵੀ ਸਾਡੇ ਕੋਲੇ ਪੈਸੇ ਨਹੀਂ ਹੈਗੇ, ਕਿਉਂਕਿ ਜਿਹੜਾ ਮਾਲ ਅਸੀਂ ਫਰਵਰੀ 'ਚ ਵੇਚਿਆ ਸੀਗਾ ਉਹ ਮਾਲ ਦੀ ਸਾਡੇ ਕੋਲੇ ਅਪ੍ਰੈਲ ਦੇ ਵਿੱਚ ਪੇਮੈਂਟ ਆਉਣੀ ਸੀ। ਔਰ ਅਪ੍ਰੈਲ ਦੇ ਵਿੱਚ ਉਸ ਤੋਂ ਬਾਅਦ ਹੁਣ ਤੱਕ ਟੋਟਲੀ ਲਾਕਡਾਊਨ ਹੋਣ ਕਰਕੇ ਨਾ ਤਾਂ ਪੈਸੇ ਆਏ ਆ, ਉੱਪਰ ਦੀ ਸਰਕਾਰ ਦਾ ਫਰਮਾਨ ਆ ਗਿਆ ਕਿ ਆਪਣੀ ਲੇਬਰ ਨੂੰ ਘਰ ਬੈਠੇ ਆ ਉਹਨਾਂ ਨੂੰ ਸੈਲਰੀ ਔਰ ਵੇਜਸ ਦਿਓ। ਅਸੀਂ ਸਰਕਾਰ ਨੂੰ ਕਲੀਅਰ ਕਰਤਾ, ਚਾਹੇ ਸਾਨੂੰ ਇੰਡਸਟਰੀਲਿਸਟਾਂ ਨੂੰ ਜੇਲ੍ਹ 'ਚ ਭੇਜ ਦਿਓ, ਅਸੀਂ ਇਹ ਪੈਸੇ ਨਹੀਂ ਦੇ ਸਕਦੇ ਕਿਉਂਕਿ ਅਸੀਂ ਇਹ ਪੈਸੇ ਦੇਣ ਤੋਂ ਅਸਮਰਥ ਹਾਂ। ਅਸੀਂ ਲੇਬਰ ਨੂੰ ਫੂਡ ਸਿਕਿਉਰਿਟੀ ਜ਼ਰੂਰ ਦਿੱਤੀ ਆ ਕਿ ਤਾਂ ਕਿ ਉਹ ਭੁੱਖੇ ਨਾ ਸੌਣ, ਪਰ ਅਸੀਂ ਉਹਨਾਂ ਨੂੰ ਜਿਹੜੀਆਂ ਵੇਜਸ ਤੇ ਸੈਲਰੀਜ਼ ਆ ਉਹ ਨਹੀਂ ਦੇ ਸਕਦੇ। ਇਹ ਗੱਲ ਅਸੀਂ ਲੁਧਿਆਣੇ ਦੇ ਡਿਪਟੀ ਕਮਿਸ਼ਨਰ
ਸ਼੍ਰੀ ਪ੍ਰਦੀਪ ਅਗਰਵਾਲ ਜੀ ਨੂੰ ਵੀ ਕਹਿਤੀ ਹੈ ਔਰ ਲੁਧਿਆਣੇ ਦੇ ਪੁਲਿਸ ਕਮਿਸ਼ਨਰ ਸ਼੍ਰੀ ਰਕੇਸ਼ ਅਗਰਵਾਲ ਜੀ ਨੂੰ ਵੀ ਕਹੀ ਆ ਜੀ। ਕਿ ਕੁਲਾਰ ਸਾਹਿਬ, ਅਸੀਂ ਕਿੰਨਾ ਕੁ ਤੁਹਾਨੂੰ ਪਹਿਲਾਂ ਸੈਲਰੀਆਂ ਦਾ ਜਾਂ ਫੈਕਟਰੀ ਚਲਾਉਣ ਲਈ ਖਰਚਾ ਪੈਂਦਾ ਸੀਗਾ ਤੇ ਹੁਣ ਇਸ ਟਾਈਮ ਜੋ ਸਥਿਤੀ ਹੈ ਕਿੰਨਾ ਕੁ ਤੁਹਾਨੂੰ ਨੁਕਸਾਨ ਝੇਲਣਾ ਪੈ ਰਿਹਾ? ਮੈਂ ਗੱਲ ਕਰਦਾ ਜੀ, ਜਿਹੜਾ ਨੁਕਸਾਨ ਦੀ ਗੱਲ ਕਰਦੇ ਆ, ਕਿਉਂਕਿ ਅਸੀਂ ਜਿਹੜੇ ਪੈਸੇ ਆ ਉਹ ਮਹੀਨੇ ਦੇ ਵਿੱਚ ਆਪਣਾ ਕੰਮ ਕਰਕੇ ਕਮਾ ਕੇ ਉਹਦੇ ਵਿੱਚੋਂ ਦਿੰਦੇ ਸੀਗੇ। ਅੱਜ ਸਾਡੀ ਕਮਾਈ ਤਾਂ ਬਿਲਕੁਲ ਬੰਦ ਹੋ ਗਈ ਆ, ਸਾਡੇ ਕੋਲ ਕਿਸੇ ਪਾਸੇ ਪੈਸੇ ਨਹੀਂ ਆ ਰਹੇ ਔਰ ਬਹੁਤ ਸਾਰੀਆਂ ਫੈਕਟਰੀਆਂ ਤਾਂ ਐਸੀਆਂ ਨੇ ਜਿਹੜੀਆਂ ਲੇਬਰ ਇੰਟੈਂਸਿਵ ਨੇ, ਜਿੱਥੇ ਬਹੁਤ ਜ਼ਿਆਦਾ ਲੇਬਰ ਦੀ ਬਹੁਤਾਤ ਆ। ਉਹਨਾਂ ਫੈਕਟਰੀਆਂ ਦੇ ਵਿੱਚ ਜਿੱਥੇ ਲੇਬਰ ਜੌਬ ਹੁੰਦਾ ਵਾ, ਉਹਨਾਂ ਦੇ ਵਿੱਚ ਪ੍ਰੋਡਕਟ ਦਾ ਤਕਰੀਬਨ 40% ਤੱਕ ਲੇਬਰ ਕਾਸਟ ਪੈਂਦੀ ਆ। ਲੇਕਿਨ ਅਮੂਮਨ ਆਮ ਕੰਪਨੀਆਂ ਦੇ ਵਿੱਚ ਜਿਹੜਾ ਅਸੀਂ ਕੰਮ ਕਰਦੇ ਆ, ਤਕਰੀਬਨ 20 ਤੋਂ 25% ਜਿਹੜੀ ਲੇਬਰ ਕਾਸਟ ਆ ਉਹਦੇ ਵਿੱਚ ਸਾਡੇ ਪ੍ਰੋਡਕਟ ਦੇ ਵਿੱਚ ਉਹਦੀ ਕੰਟਰੀਬਿਊਸ਼ਨ ਆ। ਤੇ ਇਹ ਹੁਣ ਜੋ ਸਭ ਚੱਲ ਰਹੀ ਹੈ ਸਥਿਤੀ, ਤੁਸੀਂ ਵੇਜਸ ਦਾ ਕੀ ਕਰ ਰਹੇ ਹੋ? ਕਿਸ ਤਰ੍ਹਾਂ ਆਪਣਾ ਤੁਸੀਂ ਇੰਤਜ਼ਾਮ ਕਰ ਰਹੇ ਹੋ ਲੇਬਰਸ ਨੂੰ? ਚਾਹੇ ਫੂਡ ਸਿਕਿਉਰਿਟੀ ਦੇਣ ਦੀ ਗੱਲ ਹੋਵੇ, ਚਾਹੇ ਵੇਜਸ ਕੁਛ ਨਾ ਕੁਛ ਤਾਂ ਤੁਸੀਂ ਉਹਨਾਂ ਨੂੰ ਵੀ ਪੈਸੇ ਦਿੱਤੇ ਹੋਣੇ, ਕਿਵੇਂ ਸਾਰਾ ਤੁਸੀਂ ਇੰਤਜ਼ਾਮ ਕਰ ਰਹੇ ਹੋ? ਸਰ, ਜਿਹੜਾ ਪੈਸਾ ਇਸ ਵੇਲੇ ਈਵਨ ਕਿ ਜਿਹੜੀ ਆਰਬੀਆਈ ਦੀ ਨਿਊ ਰੂਲਿੰਗ ਆਈ ਹੈ ਕਿ 10% ਐਡਹੌਕ ਲਿਮਿਟ ਦੇਣੀ ਚਾਹੀਦੀ ਆ ਜੀ, ਉਹ ਵੀ ਨਹੀਂ ਹਜੇ ਤੱਕ ਦਿੱਤੀ। ਬੈਂਕਸ ਇਹ ਕਹਿ ਕੇ ਪੱਲਾ ਝਾੜ ਰਹੇ ਨੇ ਕਿ ਸਾਡੇ ਕੋਲੇ 80 ਪੇਜਾਂ ਦਾ ਆਰਬੀਆਈ ਦਾ ਨੋਟ ਆਇਆ, ਹਜੇ ਅਸੀਂ ਸਟੱਡੀ ਨਹੀਂ ਕੀਤਾ ਜੀ। ਅੱਜ ਸਰਕਾਰ ਨੇ ਕਿਹਾ ਕਿ ਇਮੀਡੀਏਟਲੀ 10% ਐਡਹੌਕ ਲਿਮਿਟ ਔਰ 3 ਮਹੀਨੇ ਦਾ ਮੋਰੇਟੋਰੀਅਮ ਪੀਰੀਅਡ ਦਿੱਤਾ ਜਾਵੇ ਜੀ, ਤਾਂ ਕਿ ਇਸ ਪੀਰੀਅਡ ਦੇ ਵਿੱਚ ਇੰਡਸਟਰੀ ਨੂੰ ਨਾ ਤਾਂ ਇੰਟਰਸਟ ਪਵੇ ਜੀ ਔਰ ਜਿਹੜੀਆਂ ਉਹਦੀਆਂ ਈਐਮਆਈਜ਼ ਨੇ, ਮੰਥਲੀ ਇੰਸਟਾਲਮੈਂਟਸ ਨੇ, ਉਹ ਡੈਫਰ ਹੋ ਜਾਣ ਜੀ। ਪਰ ਇਸ ਤਰ੍ਹਾਂ ਦਾ ਕਿਸੇ ਵੀ ਬੈਂਕ ਵੱਲੋਂ ਹਜੇ ਤੱਕ ਕੋਈ ਇਨੀਸ਼ੀਏਟਿਵ ਨਹੀਂ ਲਿਆ ਗਿਆ ਜੀ। ਕੁਲਾਰ ਸਾਹਿਬ, ਇੱਕ ਪਾਸੇ ਤਾਂ ਸਰਕਾਰ ਕਹਿ ਰਹੀ ਹੈ ਵੀ ਤੁਸੀਂ ਆਪਣੀਆਂ ਇੰਡਸਟਰੀਆਂ ਬੰਦ ਕਰੋ, ਆਪਣੇ ਲੇਬਰਸ ਨੂੰ ਤੁਸੀਂ ਘਰ ਬੈਠੇ ਤਨਖਾਹ ਦਿਓ। ਜਦ ਇੰਡਸਟਰੀ ਨਹੀਂ ਚੱਲ ਰਹੀ ਤਾਂ ਤੁਹਾਡੇ ਕੋਲ ਕੋਈ ਪ੍ਰੋਡਕਸ਼ਨ ਨਹੀਂ ਹੋ ਰਹੀ, ਨਾ ਤੁਹਾਡਾ ਮਾਲ ਜਾ ਰਿਹਾ, ਤੁਹਾਡੇ ਕੋਲ ਪੈਸਾ ਨਹੀਂ ਆਣਾ। ਤੇ ਦੂਜੇ ਪਾਸੇ ਸਰਕਾਰ ਵੱਡੇ ਵੱਡੇ ਇੰਡਸਟਰੀਲਿਸਟ ਨੂੰ ਕਹਿ ਰਹੀ ਹੈ ਵੀ ਚੰਦਾ ਦਿਓ, ਪੀਐਮ ਰਿਲੀਫ ਫੰਡ 'ਚ ਤੁਸੀਂ ਪੈਸੇ ਦਿਓ। ਜੇ ਇੰਡਸਟਰੀਆਂ ਹੀ ਨਹੀਂ ਚੱਲਣਗੀਆਂ, ਇੰਡਸਟਰੀਲਿਸਟ ਫੰਡ ਵੀ ਕਿੱਥੋਂ ਦੇਣਗੇ? ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ। ਸਰਕਾਰ ਨੂੰ ਵੈਸੇ ਤਾਂ ਕਹਿਣਾ ਨਹੀਂ ਚਾਹੀਦਾ, ਕਿਉਂਕਿ ਸੈਂਟਰ ਗਵਰਨਮੈਂਟ ਤੋਂ ਹੀ ਪੰਜਾਬ ਸਰਕਾਰ ਨੂੰ ਅਪਰੋਕਸੀਮੇਟਲੀ 638 ਕਰੋੜ ਰੁਪਈਆ ਜਿਹੜਾ ਇਸ ਕੋਵਿਡ ਕਰੋਨਾ ਵਾਇਰਸ ਨੂੰ ਨਜਿੱਠਣ ਵਾਸਤੇ, ਇਹਦੀਆਂ ਪ੍ਰੀਵੈਂਟਿਵ ਮੈਜਰਸ ਲੈਣ ਵਾਸਤੇ ਸੈਂਟਰ ਗਵਰਨਮੈਂਟ ਵੱਲੋਂ ਪੰਜਾਬ ਸਰਕਾਰ ਨੂੰ ਭੇਜਿਆ ਗਿਆ ਵਾ। ਤੇ ਸਰਕਾਰਾਂ ਨੂੰ ਨਹੀਂ ਪ੍ਰੈਸ਼ਰਾਈਜ਼ ਕਰਨਾ ਚਾਹੀਦਾ ਇਸ ਵਕਤ ਇੰਡਸਟਰੀ ਨੂੰ ਕਿ ਤੁਸੀਂ ਉਹਦਾ ਪੈਸਾ ਦਿਓ। ਸਾਨੂੰ ਕਹਿ ਰਹੇ ਆ ਕਿ ਤੁਹਾਨੂੰ ਉਹਦਾ ਇਨਕਮ ਟੈਕਸ ਦੇ ਵਿੱਚ ਰਿਫੰਡ ਮਿਲ ਜਾਏਗਾ, ਉਹਦਾ ਤੁਹਾਨੂੰ ਕਲੇਮ ਮਿਲ ਜਾਏਗਾ। ਮੈਂ ਗੱਲ ਕਰਦਾ ਬਸ ਜਦੋਂ ਸਾਡੇ ਕੋਲੇ ਪੈਸਾ ਹੀ ਨਹੀਂ ਹੈਗਾ ਜੀ, ਅਸੀਂ ਇਨਕਮ ਟੈਕਸ ਦਾ ਬੈਨੀਫਿਟ ਲੈ ਕੇ ਉਹਦੇ ਚ ਕੀ ਕਰਨਾ ਵਾ? ਅੱਜ ਤਾਂ ਸਾਨੂੰ ਆਪਣੇ ਘਰ ਚਲਾਉਣੇ ਔਖੇ ਹੋਏ ਪਏ ਨੇ। ਮੈਂ ਤੁਹਾਡੇ ਨਾਲ ਗੱਲ ਕਰਦਾ ਸਰ ਕਿ ਜਿਹੜਾ ਛੋਟਾ ਇੰਡਸਟਰੀਲਿਸਟ ਆ, ਜਿਹੜਾ ਮਾਈਕਰੋ ਸਮਾਲ, ਜਿਹੜੀਆਂ ਦੋ ਕੈਟੇਗਰੀਆਂ ਨੇ ਜੀ, ਹਜੇ ਮੱਧਮ ਇੰਡਸਟਰੀ ਤਾਂ ਜਿਹੜੀ ਮੀਡੀਅਮ ਐਂਟਰਪ੍ਰਾਈਜ਼ਸ ਆ ਹਜੇ ਉਹਦਾ ਕੁਝ ਅਰੇਂਜਮੈਂਟਸ ਹੁੰਦੇ ਆ ਜਿਹੜੀ, ਲੇਕਿਨ ਸੂਖਸ਼ਮ ਤੇ ਸਮਾਲ ਇੰਡਸਟਰੀ ਆ, ਮਾਈਕਰੋ ਤੇ ਸਮਾਲ ਇੰਡਸਟਰੀ, ਉਹਦਾ ਇਸ ਵੇਲੇ ਚੱਲਣਾ ਬਹੁਤ ਮੁਸ਼ਕਲ ਹੋ ਗਿਆ। ਇਹ ਤਾਂ ਮੈਂ ਤੁਹਾਡੇ ਨਾਲ ਇਹ ਗੱਲ ਕਰਦਾ ਕਿ ਹਜੇ ਤਾਂ ਇੱਕ ਲੋਕਡਾਊਨ ਹੋਇਆ, ਜਿਹੜਾ ਨੈਕਸਟ ਲੋਕਡਾਊਨ ਹੋਣਾ ਜਦੋਂ ਖੁੱਲਣਾ ਵਾ, ਇਹ ਅਨਲੋਕਡਾਊਨ ਹੋਣਾ ਵਾ, ਉਸ ਵੇਲੇ ਲੇਬਰ ਨੇ ਪਿੰਡਾਂ ਨੂੰ ਭੱਜ ਜਾਣਾ ਔਰ ਉਹ ਨੈਕਸਟ ਲੋਕਡਾਊਨ ਹੋਏਗਾ ਇੰਡਸਟਰੀ ਵਾਸਤੇ, ਉਹ ਦੂਸਰੀ ਤਾਲਾਬੰਦੀ ਹੋਏਗੀ ਕਿ ਬਗੈਰ ਲੇਬਰ ਤੋਂ ਸਾਨੂੰ ਆਪਣੀਆਂ ਫੈਕਟਰੀਆਂ ਚਲਾਉਣੀਆਂ ਇੰਨੀਆਂ ਮੁਸ਼ਕਲ ਨੇ। ਬਿਲਕੁਲ ਬਿਲਕੁਲ ਕਿ ਅੱਜ ਅਸੀਂ ਕਰੋੜਾਂ ਰੁਪਏ ਦੀ ਮਸ਼ੀਨਰੀ ਦੇ ਉੱਤੇ ਇਨਵੈਸਟਮੈਂਟ ਕਰਕੇ ਜੀ, ਲੇਕਿਨ ਲੇਬਰ ਤੋਂ ਬਗੈਰ ਅਸੀਂ ਕੰਮ ਨਹੀਂ ਕਰ ਪਾਵਾਂਗੇ। ਇਹ ਆਉਣ ਵਾਲੇ ਫਿਊਚਰ ਦੀ ਨੈਕਸਟ ਲੋਕਡਾਊਨ ਆ ਜੀ। ਇਹ ਵੱਡਾ ਸਵਾਲ ਹੈ ਕੁਲਾਰ ਸਾਹਿਬ, ਕਿਉਂਕਿ ਇਸ ਟਾਈਮ ਜੋ ਪੰਜਾਬ ਦੀ ਇੰਡਸਟਰੀ ਹੈ, ਚਾਹੇ ਜਿਹੜੀ ਮਰਜ਼ੀ ਇੰਡਸਟਰੀ ਹੋਵੇ, ਉਹ ਪ੍ਰਵਾਸੀਆਂ ਤੇ ਕਿਤੇ ਨਾ ਕਿਤੇ ਨਿਰਭਰ ਹੈ। ਜੋ ਇੱਥੇ ਪ੍ਰਵਾਸੀ ਲੇਬਰ ਆ ਕੇ ਇੱਥੇ ਰਹਿ ਰਹੀ ਹੈ, ਉਹਨਾਂ ਤੋਂ ਬਿਨਾਂ ਪੰਜਾਬ ਦੀ ਇੰਡਸਟਰੀ ਚੱਲਣੀ ਬਹੁਤ ਔਖੀ ਹੈ। ਜੇ ਲੋਕਡਾਊਨ ਇੱਕ ਵਾਰੀ ਖੁੱਲਦਾ ਤਾਂ ਇਹ ਲੇਬਰ ਨੇ ਜੇ ਬਾਹਰ ਜਾਣਾ ਸ਼ੁਰੂ ਕਰਤਾ, ਆਪਣੇ ਪਿੰਡਾਂ ਵੱਲ ਜਾਣਾ ਸ਼ੁਰੂ ਕਰਤਾ, ਤਾਂ ਇੰਡਸਟਰੀ ਚੱਲੂਗੀ ਕਿਵੇਂ? ਫਿਰ ਬਿਨਾਂ ਲੇਬਰ ਤੋਂ ਤਾਂ ਚੱਲ ਨਹੀਂ ਸਕਦੀ। ਦੇਖੋ, ਅਸੀਂ ਕੋਈ ਬਹੁਤ ਜ਼ਿਆਦਾ ਡਿਪੈਂਡੈਂਟ ਨਹੀਂ ਹੈਗੇ ਪੰਜਾਬ ਦੀ ਲੇਬਰ ਦੇ ਉੱਤੇ, ਅਸੀਂ ਟੋਟਲੀ ਡਿਪੈਂਡੈਂਟ ਆ ਮਾਈਗ੍ਰੇਟਰੀ ਲੇਬਰ ਦੇ ਉੱਤੇ। ਬਿਲਕੁਲ ਅਸੀਂ ਟੋਟਲੀ ਡਿਪੈਂਡੈਂਟ ਆ। ਹਰਮਨਜੀਤ ਜੀ, ਮੈਂ ਤੁਹਾਡੇ ਨਾਲ ਇੱਕ ਗੱਲ ਸ਼ੇਅਰ ਕਰਦਾ ਕਿ ਜਿਹੜਾ ਪੰਜਾਬ ਦਾ ਯੂਥ ਆ ਉਹ ਤਾਂ ਕੰਮ ਕਰਕੇ ਹੀ ਨਹੀਂ ਰਾਜੀ, ਉਹ ਤਾਂ ਵਾਈਟ ਕਾਲਰ ਜੌਬ ਭਾਲਦਾ ਵਾ।
ਜੀ ਲੇਕਿਨ ਇਸ ਕੰਮ ਦੇ ਵਿੱਚ ਬਹੁਤ ਜ਼ਿਆਦਾ ਮੁਸ਼ਕਲ ਆ ਜੀ ਇੰਡਸਟਰੀ ਨੂੰ ਚਲਾਉਣਾ। ਮਾਈਗ੍ਰੇਟਰੀ ਲੇਬਰ ਦਾ ਰਹਿਣਾ ਬਹੁਤ ਜ਼ਰੂਰੀ ਆ। ਅਸੀਂ ਤਾਂ ਸਰਕਾਰ ਨੂੰ ਵੀ ਇੱਕ ਅਪੀਲ ਕੀਤੀ ਹੈ ਕਿ ਜਿਸ ਦਿਨ ਲੋਕਡਾਊਨ ਖੁੱਲਦਾ ਵਾ ਜੀ ਐਟ ਲੀਸਟ ਘੱਟੋ ਘੱਟ 60 ਦਿਨ ਬਾਅਦ ਟ੍ਰੇਨਸ ਔਰ ਬੱਸ ਸਰਵਿਸ ਚੱਲਣੀ ਚਾਹੀਦੀ ਆ। ਇੰਟਰ ਸਟੇਟ ਸਰਵਿਸ ਨਹੀਂ ਹੋਣੀ ਚਾਹੀਦੀ, ਈਵਨ ਕਿ ਇੰਟਰਸਿਟੀ ਸਰਵਿਸ ਵੀ ਨਹੀਂ ਹੋਣੀ ਚਾਹੀਦੀ। ਤੇ ਮੈਂ ਗੱਲ ਕਰਦਾ ਵਾ ਕਿਉਂਕਿ ਅਸੀਂ ਪੂਰੇ ਡਿਪੈਂਡੈਂਟ ਆ, ਵਾਢੀ ਦਾ ਸੀਜ਼ਨ ਆ, ਕਿਸਾਨ ਨੂੰ ਵੀ ਲੇਬਰ ਦੀ ਬਹੁਤ ਸਖਤ ਜ਼ਰੂਰਤ ਆ। ਜੇ ਇਹ ਲੇਬਰ ਪਿੰਡਾਂ ਨੂੰ ਭੱਜ ਗਈ ਤਾਂ ਸਾਡੇ ਵਾਸਤੇ ਇੱਕ ਬਹੁਤ ਵੱਡੀ ਇੱਕ ਇੰਡਸਟਰੀ ਵਾਸਤੇ ਆਫਤ ਆ ਜਾਊਗੀ ਕਿ ਉਸ ਦੇ ਨਾਲ ਨਜਿੱਠਣਾ ਸਾਡੇ ਵਾਸਤੇ ਬਹੁਤ ਮੁਸ਼ਕਲ ਹੋਏਗਾ। ਜੀ ਜੀ। ਤੇ ਕੁਲਾਰ ਸਾਹਿਬ, ਹੁਣ ਜੋ ਤੁਹਾਡੇ ਅੰਦਰ ਜਿੰਨੀ ਵੀ ਲੇਬਰ ਸੀਗੀ ਉਹ ਤੁਹਾਨੂੰ ਤਨਖਾਹਾਂ ਦੇਣ ਵਾਸਤੇ ਕੁਝ ਮਜਬੂਰ ਤਾਂ ਨਹੀਂ ਕਰਦੀ ਵੀ ਸਾਨੂੰ ਪੈਸੇ ਦਿਓ ਜਾਂ ਸਾਡੇ ਕੋਈ ਨਹੀਂ ਹੈਗਾ, ਉਹ ਨਹੀਂ ਹੈਗਾ? ਕਿਸ ਤਰ੍ਹਾਂ ਦੇ ਤੁਹਾਨੂੰ ਸਿਚੁਏਸ਼ਨ ਦਾ ਸਾਹਮਣਾ ਕਰਨਾ ਪੈ ਰਿਹਾ? ਹਰਮਨਜੀਤ ਜੀ, ਅਸੀਂ ਲੇਬਰ ਨੂੰ ਫੂਡ ਸਿਕਿਉਰਿਟੀ ਦਿੱਤੀ ਹੋਈ ਆ ਔਰ ਹਰ ਇੱਕ ਬੰਦੇ ਨੂੰ ਕਿਹਾ ਹੋਇਆ ਵਾ ਵੀ ਤੁਹਾਨੂੰ ਜਦੋਂ ਵੀ, ਕਿਉਂਕਿ ਇੱਕ ਬੰਦਾ ਜਦੋਂ ਘਰ ਬੈਠਾ ਵਾ ਉਹਨਾਂ ਦੇ ਕੋਈ ਵੀ ਖਾਸ ਐਕਸਪੈਂਸਸ ਨਹੀਂ ਪੈ ਰਹੇ, ਉਹਦੇ ਸਿਰਫ ਐਕਸਪੈਂਸਸ ਪੈ ਰਹੇ ਰਾਸ਼ਨ ਦੇ। ਅਸੀਂ ਉਹਨੂੰ ਇੱਕ ਬੇਨਤੀ ਕੀਤੀ ਹੋਈ ਹੈ ਵੀ ਤੈਨੂੰ ਜਿਸ ਦਿਨ ਰਾਸ਼ਨ ਖਤਮ ਹੋ ਜਾਵੇ ਤੂੰ ਰਾਸ਼ਨ ਸਾਡੇ ਕੋਲੋਂ ਲੈ ਜਾ। ਅੱਜ ਘਰ ਦੇ ਵਿੱਚ ਬੈਠ ਕੇ ਅਗਰ ਅਸੀਂ ਵੀ ਗੱਲ ਕਰੀਏ, ਅੱਜ ਗੱਡੀਆਂ ਖੜੀਆਂ ਨੇ, ਕੋਈ ਖਰਚਾ ਨਹੀਂ ਪੈ ਰਿਹਾ ਸਵਾਏ ਫੂਡ ਜਿਹੜਾ ਵਾ ਖਾਣੇ ਦੇ ਖਰਚੇ ਤੋਂ। ਤੇ ਇੱਕ ਲੇਬਰ ਦਾ ਇੱਕ ਮਹੀਨੇ ਦੇ ਵਿੱਚ ਤਕਰੀਬਨ 1500 ਰੁਪਏ ਤੋਂ ਵੱਧ ਦਾ ਖਰਚਾ ਨਹੀਂ ਹੈਗਾ। ਅਸੀਂ ਉਹਨੂੰ 2500 ਰੁਪਏ ਤੱਕ ਫੂਡ ਸਿਕਿਉਰਿਟੀ ਦੇ ਰਹੇ ਨੇ ਤਾਂ ਕਿ ਉਹ ਭੁੱਖਾ ਨਾ ਸੋਵੇ। ਕੁਲਾਰ ਸਾਹਿਬ, ਜੇ ਹੋਰ ਏਦਾਂ ਹੀ ਖਰਾਬ ਸਥਿਤੀ ਚੱਲਦੀ ਰਹੀ ਤਾਂ ਫੈਕਟਰੀਆਂ ਦਾ ਕੀ ਬਣੂਗਾ? ਸਰ ਦੇਖੋ ਸਨਮਨਜੀਤ ਜੀ, ਮੈਂ ਗੱਲ ਕਰਦਾ ਵਾ ਕਿ ਇਸ ਵਕਤ ਜਿਹੜੀ ਸਭ ਤੋਂ ਪਹਿਲਾਂ ਤਾਂ ਅਗਰ ਜਾਨ ਆ ਤਾਂ ਜਹਾਨ ਆ। ਈਵਨ ਕਿ ਸਰਕਾਰ ਨੇ ਨੋਟੀਫਿਕੇਸ਼ਨ ਕਰਤਾ ਕਿ 20 ਤਰੀਕ ਤੋਂ ਤੁਸੀਂ ਆਪਣੀਆਂ ਫੈਕਟਰੀਆਂ ਖੋਲੋ, ਲੇਕਿਨ ਅਸੀਂ ਨਹੀਂ ਖੋਲ ਸਕਦੇ ਜਿੰਨੀ ਦੇਰ ਤੱਕ ਚੇਨ ਆਫ ਇੰਡਸਟਰੀ ਦੇ ਵਿੱਚ ਰਿਟੇਲ ਆ ਜਾਂਦੀ ਆ। ਸ਼ਾਪਸ ਖੁੱਲਣੀਆਂ ਚਾਹੀਦੀਆਂ, ਕਮਰਸ਼ੀਅਲ ਐਸਟੈਬਲਿਸ਼ਮੈਂਟਸ ਖੁੱਲਣੀਆਂ ਚਾਹੀਦੀਆਂ, ਹਾਰਡਵੇਅਰ ਸ਼ਾਪਸ ਖੁੱਲਣੀਆਂ ਚਾਹੀਦੀਆਂ ਨੇ, ਸਾਡੇ ਵੈਂਡਰਸ ਖੁੱਲਣੇ ਚਾਹੀਦੇ ਆ, ਰॉ ਮਟੀਰੀਅਲ ਖੁੱਲਣਾ ਚਾਹੀਦਾ ਵਾ। ਇੱਕ ਚੇਨ ਆ ਜਿੰਨੀ ਦੇਰ ਤੱਕ ਚੇਨ ਨਹੀਂ ਖੁੱਲੇਗੀ ਸਾਨੂੰ ਕੱਲਿਆਂ ਨੂੰ ਫੈਕਟਰੀ ਖੋਲ ਕੇ ਉਸ ਦਾ ਕੋਈ ਫਾਇਦਾ ਨਹੀਂ ਹੋਣਾ, ਕਿਉਂਕਿ ਮਾਲ ਤਾਂ ਪਹਿਲਾਂ ਹੀ ਸਾਡੇ ਕੋਲੇ ਬਣਿਆ ਅੰਦਰ ਸਟਾਕ ਦੇ ਵਿੱਚ ਜ਼ਿਆਦਾ ਵਾ, ਫਿਨਿਸ਼ ਗੁੱਡਸ ਔਰ ਰॉ ਮਟੀਰੀਅਲ ਘੱਟ ਆ। ਤੇ ਫਿਰ ਇਹ ਕਿਸ ਤਰ੍ਹਾਂ ਸਰ ਸਾਰਾ ਕੁਝ ਚੱਲੇਗਾ? ਸਰਕਾਰ ਨੇ ਕਹਿ ਤਾਂ ਦਿੱਤਾ ਵੀ ਤੁਸੀਂ ਆਪਣੀਆਂ ਇੰਡਸਟਰੀਆਂ ਖੋਲੋ। ਇੱਕ ਤਾਂ ਪਹਿਲਾਂ ਸਰਕਾਰ ਨੇ ਕਹਿਤਾ ਵੀ ਜੋ ਜਿੰਨੇ ਵਰਕਰਸ ਤੁਹਾਡੇ ਅੰਦਰ ਕੰਮ ਕਰਦੇ ਆ ਹਰੇਕ ਦੀ ਸੋਸ਼ਲ ਡਿਸਟੈਂਸ ਮੇਨਟੇਨ ਰੱਖਣਾ ਚਾਹੀਦਾ। ਜੇ ਮੈਂ ਛੋਟੇ ਇੰਡਸਟਰੀਜ਼ ਦੀ ਗੱਲ ਕਰਾਂ, ਸਮਾਲ ਸਕੇਲ ਇੰਡਸਟਰੀਜ਼ ਦੀ ਜਿਨ੍ਹਾਂ ਦੀ 100 ਗਜ ਦੀ ਫੈਕਟਰੀ ਹੈ, ਘਰਾਂ ਦੇ ਵਿੱਚ ਅਗਲਿਆਂ ਨੇ ਆਪਣੀ ਫੈਕਟਰੀ ਲਾਈ ਹੋਈ ਹੈ, ਛੋਟੀ ਜਗ੍ਹਾ ਦੇ ਵਿੱਚ ਉਹ ਕਿਸ ਤਰ੍ਹਾਂ ਆਪਣੇ ਵਰਕਰਸ ਦਾ ਸੋਸ਼ਲ ਡਿਸਟੈਂਸ ਮੇਨਟੇਨ ਕਰਨਗੇ? ਲੁਧਿਆਣਾ ਛੋਟੀ ਇੰਡਸਟਰੀ ਲਈ ਜਾਣਿਆ ਜਾਂਦਾ ਔਰ ਮੈਨਚੈਸਟਰ ਆਫ ਇੰਡੀਆ ਵਾ, ਔਰ ਇਹ ਜਿਹੜਾ ਸੋਸ਼ਲ ਡਿਸਟੈਂਸ ਮੇਨਟੇਨ ਕਰਨਾ ਛੋਟੀ ਇੰਡਸਟਰੀ ਦੇ ਵਿੱਚ ਨਾਮੁਮਕਿਨ ਆ। ਬਿਲਕੁਲ ਮੈਂ ਗੱਲ ਕਰਦਾ ਬਿਲਕੁਲ ਨਾਮੁਮਕਿਨ ਹੈ, ਕਿਉਂਕਿ ਜਿਹੜੀ ਪ੍ਰੈਸ ਸ਼ਾਪ ਆ ਇੱਕ ਇੰਡਸਟਰੀ 50 ਗਜ ਤੋਂ 100 ਗਜ ਦੇ ਵਿੱਚ ਲੱਗੀ ਹੋਈ ਆ, ਉਹਨਾਂ ਦੇ ਵਿੱਚ ਵਰਕਰਸ ਦੇ ਵਿੱਚ ਇਸ ਚੀਜ਼ ਨੂੰ ਮੇਨਟੇਨ ਕਰਨਾ ਬੜਾ ਮੁਸ਼ਕਲ ਆ। ਦੂਸਰੀ ਗੱਲ ਕਰੀਏ, ਸਰਕਾਰ ਨੇ ਕਿਹਾ ਕਿ ਲੇਬਰ ਨੂੰ ਤੁਸੀਂ ਆਪਣੀ ਫੈਕਟਰੀਆਂ ਦੇ ਵਿੱਚ ਰੱਖੋ। ਆਪ ਹੀ ਸਰਕਾਰ ਨੇ ਇਸ ਨੂੰ ਵਾਇਓਲੇਸ਼ਨ ਦੇ ਵਿੱਚ ਲਿਆ ਹੋਇਆ। ਅਗਰ ਅਸੀਂ ਆਪਣੀ ਫੈਕਟਰੀ ਦੇ ਵਿੱਚ ਕੁਆਟਰ ਬਣਾ ਕੇ ਲੇਬਰ ਨੂੰ ਰੱਖਦੇ ਆ ਤਾਂ ਸਰਕਾਰ ਵੱਲੋਂ ਉਸ ਨੂੰ ਆਫੈਂਸ ਗਿਣਿਆ ਜਾਂਦਾ ਔਰ ਸਾਡੇ ਪਲਾਟ ਨੂੰ ਕੈਂਸਲ ਕਰ ਦਿੱਤਾ ਜਾਂਦਾ। ਤੇ ਅਸੀਂ ਕਿਸ ਤਰ੍ਹਾਂ ਰੱਖ ਸਕਦੇ ਆ? ਅਸੀਂ ਲੇਬਰ ਨੂੰ ਆਪਣੀ ਫੈਕਟਰੀ ਦੇ ਅੰਦਰ ਰੱਖ ਹੀ ਨਹੀਂ ਸਕਦੇ ਹੈਗੇ। ਔਰ ਈਵਨ ਕਿ ਸਰਕਾਰ ਨੇ ਨੋਟੀਫਿਕੇਸ਼ਨ ਦੇ ਵਿੱਚ ਕਿਹਾ ਵਾ ਕਿ ਲੇਬਰ ਸਾਈਕਲ ਤੇ ਵੀ ਨਹੀਂ ਆ ਸਕਦੀ, ਉਹਦੀ ਮੈਂਡੇਟਰੀ 1 ਲੱਖ ਰੁਪਏ ਦੀ ਇੰਸ਼ੋਰੈਂਸ ਕਰਾਓ। ਮੈਂ ਸਤਮਨਜੀਤ ਜੀ ਇਹ ਗੱਲ ਕਰ ਰਹੀ, ਇਸ ਵਕਤ ਸਾਡੇ ਕੋਲੇ ਪੈਸਾ ਤਾਂ ਹੈ ਨਹੀਂ, ਜੇਬ ਦੇ ਵਿੱਚ ਸਾਡੇ ਕੋਲੇ ਪੈਸਾ ਤਾਂ ਹੈ ਨਹੀਂ, ਅਸੀਂ ਕੀ ਕਰਾਂਗੇ? ਸਭ ਤੋਂ ਪਹਿਲਾਂ ਅਸੀਂ ਆਪਣੇ ਪਰਿਵਾਰ ਨੂੰ, ਉਸ ਤੋਂ ਬਾਅਦ ਜਾ ਕੇ ਫੈਕਟਰੀਆਂ ਦੇ ਵਿੱਚ ਦੇਖਾਂਗੇ। ਅੱਜ ਤਕਰੀਬਨ ਮੈਂ ਗੱਲ ਕਰਦਾ ਵਾ ਕਿ ਅੱਜ 1 ਮਹੀਨਾ ਹੋ ਗਿਆ ਅਜੇ ਤੱਕ ਅਸੀਂ ਆਪਣੀਆਂ ਫੈਕਟਰੀਆਂ ਦੀ ਸ਼ਕਲ ਨਹੀਂ ਦੇਖੀ। ਬਿਲਕੁਲ, ਜਿਹੜੀ ਕਿ ਮਤਲਬ ਫੈਕਟਰੀਆਂ ਦੇ ਵਿੱਚ ਸਾਡੇ ਜਿਹੜੇ ਕੈਮੀਕਲਸ ਪਏ ਸੀਗੇ, ਕੈਮੀਕਲਸ ਖਰਾਬ ਹੋ ਗਏ। ਸਾਡੇ ਬੋਇਲਰ ਸੀਗੇ, ਉਹਨਾਂ ਦੇ ਵਿੱਚ ਮਤਲਬ ਜਿਹੜਾ ਪਾਣੀ ਆ ਉਹ ਸਟੈਗਨੈਂਟ ਹੋ ਗਿਆ। ਕੂਲਿੰਗ ਟਾਵਰ ਸੀ ਜਿਹੜੇ 24 ਆਵਰ ਚੱਲਦੇ ਸੀ, ਬੰਦ ਹੋ ਗਏ। ਉਸ ਤੋਂ ਬਾਅਦ ਮਸ਼ੀਨਰੀ, ਜਿਹੜੀਆਂ ਮਸ਼ੀਨਾਂ ਚੱਲੀਆਂ ਹੀ ਨਹੀਂ ਹੈਗੀਆਂ, ਅੱਜ 1 ਮਹੀਨਾ ਹੋ ਗਿਆ। ਤੇ ਸਰ ਇਹ ਆਉਣ ਵਾਲੇ ਸਮੇਂ ਦੇ ਵਿੱਚ ਇੰਡਸਟਰੀ ਦੇ ਉੱਤੇ ਇੱਕ ਬਹੁਤ ਵੱਡੀ ਔਕੜ ਆਉਣੀ ਆ ਕਿ ਜਿਹੜੀਆਂ ਸਾਡੀਆਂ ਮਸ਼ੀਨਾਂ ਚੱਲਦੀਆਂ ਸੀਗੀਆਂ ਉਹ ਮਸ਼ੀਨਾਂ ਅੱਜ ਖੜੀਆਂ ਨੇ
ਔਰ ਜੇ ਅਸੀਂ ਕਹੀਏ ਕੱਲ ਜਾ ਕੇ ਉਹਨਾਂ ਮਸ਼ੀਨਾਂ ਨੂੰ ਚਲਾ ਲਾਂਗੇ, ਉਹਨਾਂ ਨੂੰ ਚਲਾਉਣਾ ਬਹੁਤ ਮੁਸ਼ਕਿਲ ਆ। ਸਾਨੂੰ ਕੁਝ ਦਿਨ ਉਹਨਾਂ ਦੀ ਮੇਨਟੇਨੈਂਸ ਕਰਨੀ ਪੈਣੀ ਹੈ, ਪਰ ਫਿਰ ਹੀ ਮਸ਼ੀਨਾਂ ਚੱਲਣੀਆਂ ਨੇ। ਤੇ ਕੁਲਾਰ ਸਾਹਿਬ, ਇੱਕ ਹੋਰ ਸਵਾਲ ਇੱਥੇ ਹੈ, ਇੰਨੇ ਸਾਲਾਂ ਤੋਂ ਆਪਾਂ ਫੈਕਟਰੀਆਂ ਚਲਾ ਰਹੇ ਹਾਂ, ਜਿਹੜੇ ਪ੍ਰਵਾਸੀ ਮਜ਼ਦੂਰ ਨੇ ਕਿੰਨੀ ਦੇਰ ਤੋਂ ਸਾਡੀਆਂ ਫੈਕਟਰੀਆਂ 'ਚ ਕੰਮ ਕਰਕੇ ਸਾਨੂੰ ਕਮਾਈ ਕਰਵਾ ਰਹੇ ਨੇ, ਜਾਂ ਅੱਗੇ ਵੀ ਆਪਾਂ ਕਮਾਈਆਂ ਕਰਨੀਆਂ ਨੇ, ਔਖਾ ਵੇਲਾ ਤਾਂ ਹੁਣ ਆਇਆ, ਕੁਛ ਹੀ ਦੇਰ ਹੀ ਰਹਿਣਾ, ਅੱਗੇ ਵੀ ਆਪਾਂ ਕਮਾਈਆਂ ਕਰਨੀਆਂ ਨੇ ਤਾਂ ਪਹਿਲਾਂ ਵੀ ਕਰਦੇ ਰਹੇ ਹਾਂ। ਜੇ ਹੁਣ ਕੁਛ ਸਮੇਂ ਲਈ ਔਖਾ ਸਮਾਂ ਸਾਡੇ ਉੱਤੇ ਆਇਆ, ਕੀ ਆਪਾਂ ਇਹਨਾਂ ਨੂੰ 2-4 ਮਹੀਨੇ ਤਨਖਾਹਾਂ ਦੇ ਨਹੀਂ ਸਕਦੇ? ਸਾਰੀ ਉਮਰ ਲਈ ਇਹ ਸਾਨੂੰ ਕਮਾ ਕੇ ਦੇ ਰਹੇ ਨੇ, ਆਪਾਂ 2-4 ਮਹੀਨਿਆਂ ਲਈ ਇਹਨਾਂ ਨੂੰ ਤਨਖਾਹਾਂ ਦੇ ਨਹੀਂ ਸਕਦੇ ਜੇ ਔਖਾ ਸਮਾਂ ਆ ਗਿਆ? ਮੈਂ ਗੱਲ ਹੀ ਕਰਦਾ ਸਰਮਨਜੀਤ ਜੀ ਕਿ ਜਿਹੜੀ ਇੰਡਸਟਰੀ ਆ ਨਾ, ਛੋਟੀ ਇੰਡਸਟਰੀ, ਤੁਹਾਨੂੰ ਪਹਿਲਾਂ ਵੀ ਦੱਸਿਆ ਮੈਂ ਫਿਰ ਵੀ ਕਿ ਲੁਧਿਆਣਾ MSME ਇੰਡਸਟਰੀ ਦੇ ਨਾਲ ਜਾਣਿਆ ਜਾਂਦਾ। ਇੱਥੇ ਤਕਰੀਬਨ 16,000 ਤੋਂ ਲੈ ਕੇ 20,000 ਤੱਕ MSME ਇੰਡਸਟਰੀ ਹੈ। ਜਿਹੜਾ ਇੱਥੇ ਦਾ ਐਂਟਰਪ੍ਰੈਨਿਓਰ ਆ, ਉਹ ਕਮਾ ਕੇ ਆਪਣੀ ਜੇਬ ਦੇ ਵਿੱਚੋਂ ਕਮਾ ਕੇ ਵਰਕਰ ਨੂੰ ਉਹਦੀ ਤਨਖਾਹ ਕੱਢ ਕੇ ਦਿੰਦਾ ਵਾ। ਅੱਜ ਉਹਦਾ ਜਿੱਥੋਂ ਕਮਾਉਂਦਾ ਸੀਗਾ ਉਹੀ ਧੰਦਾ ਚੌਪਟ ਹੋ ਗਿਆ ਵਾ, ਔਰ ਸਾਨੂੰ ਬੈਂਕਸ ਦੇ ਇੰਟਰਸਟ ਪੈ ਰਹੇ ਨੇ ਜਿਹੜੇ ਸਾਡੇ ਖਾਤਿਆਂ ਦੇ ਵਿੱਚ ਪੈ ਗਏ। ਸਾਡੇ ਜਿਹੜੀ ਕਮਾਈ ਅਸੀਂ ਫਰਵਰੀ ਦੇ ਵਿੱਚ ਮਾਲ ਵੇਚਿਆ ਸੀ, ਉਹਦੇ ਸਾਨੂੰ ਅਪ੍ਰੈਲ 'ਚ ਪੈਸੇ ਆਉਣੇ ਸੀ, ਉਹ ਸਾਡੇ ਕੋਲ ਪੈਸੇ ਹੀ ਨਹੀਂ ਆਏ। ਅਸੀਂ ਪੈਸੇ ਦੇਣੇ ਚਾਹੁੰਦੇ ਆ ਜੀ, ਅਸੀਂ ਭਾਵੇਂ ਕਿ ਲੋਕਡਾਊਨ ਪੀਰੀਅਡ ਦੇ ਪੈਸੇ ਵੀ ਦੇਣੇ ਚਾਹੁੰਦੇ ਆ, ਪਰ ਅਸੀਂ ਅਸਮਰਥ ਹਾਂ। ਅਸੀਂ ਕਿੱਥੋਂ ਲਿਆਈਏ ਪੈਸੇ? ਕਿਉਂਕਿ ਹਰ ਇੱਕ ਇੰਡਸਟਰੀਅਲਿਸਟ ਕਿਸੇ ਨਾ ਕਿਸੇ ਤਰੀਕੇ ਬੈਂਕ ਤੋਂ ਫਾਈਨਾਂਸਡ ਆ। ਇਸ ਵੇਲੇ ਬੈਂਕਾਂ ਨੇ ਬਿਲਕੁਲ ਵੀ ਇੰਡਸਟਰੀ ਨੂੰ ਇਗਨੋਰ ਕਰਤਾ। ਬੈਂਕਾਂ ਨੂੰ ਚਾਹੀਦਾ ਸੀ ਕਿ ਜਦੋਂ ਹਰ ਚੀਜ਼ ਲੋਕਡਾਊਨ ਆ ਜੀ, ਐਵਰੀਥਿੰਗ ਇਜ਼ ਲੋਕਡਾਊਨ ਜੀ, ਓਨਲੀ ਸਿਰਫ ਕੀ ਨਹੀਂ ਲੋਕਡਾਊਨ, ਇੰਟਰਸਟ ਨਹੀਂ ਲੋਕਡਾਊਨ। ਇੰਟਰਸਟ ਦੇ ਉੱਤੇ ਵੀ ਲੋਕਡਾਊਨ ਹੋਣਾ ਚਾਹੀਦਾ। ਅਸੀਂ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਕਹਿੰਦੇ ਆ ਕਿ 22 ਮਾਰਚ ਤੋਂ ਲੈ ਕੇ 3 ਮਈ ਤੱਕ, ਜਦੋਂ ਤੱਕ ਦਾ ਲੋਕਡਾਊਨ ਪੀਰੀਅਡ ਆ ਜੀ, ਇਹ ਜਿਹੜਾ ਇੰਟਰਸਟ ਵਾ ਇਹਦੇ ਉੱਤੇ ਵੀ ਲੋਕਡਾਊਨ ਹੋਣਾ ਚਾਹੀਦਾ ਵਾ। ਇਹ ਇੰਟਰਸਟ ਵੀ ਲੋਕਡਾਊਨ ਹੋਣਾ ਚਾਹੀਦਾ ਵਾ ਜੀ, ਕਿਉਂਕਿ ਜੇਕਰ ਇਹ ਇੰਟਰਸਟ ਪਈ ਗਿਆ, ਕੋਈ ਦੂਰ ਨਹੀਂ ਸਮਾਂ ਛੋਟੀ ਇੰਡਸਟਰੀ NPA ਹੋ ਜਾਏਗੀ, ਡਿਫਾਲਟਰਸ ਹੋ ਜਾਣਗੇ, ਉਹ ਬੈਂਕ ਦੀ ਕਿਸ਼ਤ ਵੀ ਨਹੀਂ ਮੋੜ ਸਕਣਗੇ। ਇਸ ਵਾਰ ਤਾਂ ਬੈਂਕ ਨੇ ਕਿਸ਼ਤ ਕੱਟ ਲਈ ਨਾ, ਕਿਉਂਕਿ ਖਾਤੇ 'ਚ ਪੈਸੇ ਸੀਗੇ, ਅੱਗੇ ਤੋਂ ਪੈਸੇ ਵੀ ਨਹੀਂ ਹੋਣੇ ਖਾਤੇ ਦੇ ਵਿੱਚ, ਨਹੀਂ ਦੇ ਸਕਣਗੇ। ਤੁਹਾਨੂੰ ਕੀ ਲੱਗਦਾ ਸਰਕਾਰ ਦੀ ਇੱਥੇ ਮਨਸ਼ਾ ਕੀ ਹੈ? ਨਾ ਸਰਕਾਰ ਇੰਟਰਸਟ ਮਾਫ ਕਰ ਰਹੀ ਹੈ, ਨਾ ਬਿਜਲੀਆਂ ਦੇ ਬਿੱਲ ਮਾਫ ਕਰ ਰਹੀ ਹੈ, ਸਗੋਂ ਅੱਗੋਂ ਕਹਿ ਰਹੀ ਹੈ ਸਰਕਾਰ ਕਿ ਬਿਜਲੀਆਂ ਦੇ ਬਿੱਲ ਨੇ ਤੁਸੀਂ ਐਡਵਾਂਸ ਭਰੋ। ਤਾਂ ਸਰਕਾਰ ਕੀ ਕਰ ਰਹੀ ਹੈ ਇੰਡਸਟਰੀਆਂ ਵਾਸਤੇ? ਸਾਨੂੰ ਤਾਂ ਇਹ ਵੀ ਸ਼ੱਕ ਆ ਕਿ ਸਰਕਾਰ ਨੇ, ਮੈਨੂੰ ਵੀ ਅੱਜ ਕੰਸਰਨ ਡਿਵੀਜ਼ਨ ਦੇ ਉੱਤੋਂ ਆਇਆ ਕਿ ਅਗਰ ਤੁਹਾਡਾ ਬਿੱਲ ਜਿਹੜਾ ਬਿਜਲੀ ਦਾ ਨਾਰਮਲੀ ਜਿਹੜਾ ਤੁਹਾਡਾ ਬਿਜਲੀ ਦਾ ਬਿੱਲ ਆਉਂਦਾ ਵਾ, ਉਹਦੇ ਉੱਤੇ ਅਸੀਂ ਤੁਹਾਨੂੰ 1% ਡਿਸਕਾਊਂਟ ਦਿੰਦੇ ਆ, ਰਿਬੇਟ ਦਿੰਦੇ ਆ, ਕਿ ਜਿਹੜਾ ਤੁਹਾਨੂੰ ਬੈਂਕ 0.5% ਦਿੰਦਾ। ਸਰਕਾਰ ਨੇ, ਬਿਜਲੀ ਬੋਰਡ ਨੇ ਬਹੁਤ ਵੱਡਾ ਲਾਲਚ ਦਿੱਤਾ ਵਾ, ਪਰ ਸਰ ਜੇ ਪੈਸੇ ਜੇਬ ਦੇ ਵਿੱਚ ਹੋਣਗੇ ਤਾਂ ਹੀ ਉਹ ਬੈਨੀਫਿਟ ਲੈ ਸਕਾਂਗੇ। ਅੱਜ ਸਰਕਾਰ ਕੋਲੇ ਮੈਂ ਗੱਲ ਕਰਦਾ ਵਾ ਸਨਮਨਜੀਤ ਜੀ, ਅਗਰ ਸਾਡੀ ਲੇਬਰ ਦਾ ਕੋਈ ਵੀ ਬੰਦਾ ਬਿਮਾਰ ਹੋ ਜਾਂਦਾ ਤਾਂ ਜਿਹੜੀ 0.5% ਅਸੀਂ ਉਹਦੀ ਤਨਖਾਹ ਦੇ ਉੱਤੇ ਸਰਕਾਰ ਨੂੰ ESI ਦਿੰਦੇ ਆ, EMPLOYEES STATE INSURANCE ਤੇ ਉਹ ਸਰਕਾਰ ਉਹਨੂੰ ਦਿੰਦੀ ਆ, ESI ਉਹਨੂੰ ਪੈਸੇ ਦਿੰਦਾ ਕਿ ਜਦੋਂ ਉਹ ਬਿਮਾਰ ਹੁੰਦਾ ਵਾ, ਬਿਮਾਰੀ ਦੀ ਹਾਲਤ ਦੇ ਵਿੱਚ ਹੁੰਦਾ ਔਰ ਕੰਮ ਨਹੀਂ ਕਰ ਸਕਦਾ, ਤਾਂ ਸਰਕਾਰ ਉਹਨੂੰ ਪੈਸੇ ਦਿੰਦੀ ਆ। ਅੱਜ ਮਜ਼ਦੂਰ ਇੱਕ ਬਿਮਾਰੀ ਦੀ ਹਾਲਤ ਦੇ ਵਿੱਚ ਆ, ਅੱਜ ਮਜ਼ਦੂਰ ਇੱਕ ਬਿਮਾਰੀ ਦੀ ਹਾਲਤ ਦੇ ਵਿੱਚ ਆ, ਬਿਮਾਰ ਆ, ਤੇ ਜਿਹੜੇ ਪੈਸੇ ਅਸੀਂ ਉਹਦੀ ਤਨਖਾਹ ਮਗਰ 0.5%, 100 ਰੁਪਏ ਮਗਰ 4.75 ਰੁਪਏ ਸਰਕਾਰ ਨੂੰ ਦਿੰਨੇ ਆ, ਤੇ ਅੱਜ ਅਗਰ ਉਹਨੂੰ ਲੋੜ ਪੈ ਗਈ ਤਾਂ ਉਹਦੇ ਵਿੱਚੋਂ ਸਰਕਾਰ ਅਗਰ 1 ਮਹੀਨੇ ਦੀ ਤਨਖਾਹ 2 ਮਹੀਨੇ ਦੀ ਸੈਲਰੀ ਦੇ ਵੇਜਸ ਦੇ ਦੇਵੇ ਤਾਂ ਸਰਕਾਰ ਨੂੰ ਕੋਈ ਫਰਕ ਨਹੀਂ ਪੈਣਾ। ਇਸ ਤੋਂ ਇਲਾਵਾ ਮੈਂ ਗੱਲ ਕਰਾਂ 25 ਰੁਪਏ ਪਰ ਵਰਕਰ ਲੇਬਰ ਵੈਲਫੇਅਰ ਫੰਡ ਪੰਜਾਬ ਸਰਕਾਰ ਨੂੰ ਅਸੀਂ ਦਿੰਨੇ ਆ, ਔਰ ਲੁਧਿਆਣੇ ਦੇ ਵਿੱਚ 14 ਲੱਖ ਮਜ਼ਦੂਰ ਨੇ, ਔਰ ਤੁਸੀਂ ਆਪ ਹਿਸਾਬ ਲਓ ਸਰਕਾਰ ਨੂੰ 50 ਕਰੋੜ ਰੁਪਏ ਦੀ ਵਸੂਲੀ ਹੁੰਦੀ ਹੈ ਇਸ ਤੋਂ, ਔਰ 2004 ਦੇ ਵਿੱਚ ਸਰਕਾਰ ਨੇ ਇਹ ਲੇਬਰ ਵੈਲਫੇਅਰ ਫੰਡ ਲਿਆਂਦਾ ਸੀ, ਹਜੇ ਤੱਕ ਇਸ ਦੇ ਵਿੱਚੋਂ 1 ਰੁਪਈਆ ਵੀ ਯੂਜ਼ ਨਹੀਂ ਕੀਤਾ। ਸਰਕਾਰ ਨੂੰ ਇਹਦੇ ਵਿੱਚੋਂ ਯੂਜ਼ ਕਰਨਾ ਚਾਹੀਦਾ ਵਾ ਪੈਸਾ। ਅਗਰ ਲੋੜ ਪੈ ਗਈ ਅੱਜ ਲੇਬਰ ਵੈਲਫੇਅਰ ਫੰਡ ਆ, ਲੇਬਰ ਦੇ ਵੈਲਫੇਅਰ ਵਾਸਤੇ ਦੇਣਾ, ਪਰ ਸਰਕਾਰ ਉਸ ਪੈਸੇ ਨੂੰ ਨਹੀਂ ਦੇ ਰਹੀ, ਇੰਡਸਟਰੀ ਦੇ ਉੱਤੇ ਬੋਝ ਪਾ ਰਹੀ ਆ। ਕੱਲ ਸਾਡੀ ਪੰਜਾਬ ਦੇ ਪ੍ਰਮੁੱਖ ਸਕੱਤਰ ਸ਼੍ਰੀ VK ਜੰਜੂਆ ਜੀ ਨਾਲ ਗੱਲ ਹੋਈ, ਅਸੀਂ ਉਹਨਾਂ ਨੂੰ ਕਿਹਾ ਅਸੀਂ ਦੇਣਾ ਚਾਹੁੰਦੇ ਆ, ਲੇਬਰ ਨੂੰ ਪੈਸੇ ਦੇਣੇ ਚਾਹੁੰਦੇ ਆ,
ਪਰ ਸਾਡੇ ਕੋਲ ਪੈਸੇ ਹੀ ਨਹੀਂ ਹੈਗੇ, ਅਸੀਂ ਕਿੱਥੋਂ ਦੇਈਏ? ਸਾਡੀਆਂ ਫੈਕਟਰੀਆਂ ਲੋਕਡਾਊਨ ਨੇ, ਸਾਡੀਆਂ ਫੈਕਟਰੀਆਂ ਲੋਕਡਾਊਨ ਨੇ, ਸਾਡਾ ਜਿਹੜਾ ਮਾਲ ਬਣਿਆ ਪਿਆ ਅੰਦਰ ਪਿਆ ਵਾ, ਸਾਡੇ ਟਰੱਕ ਜਿਹੜੇ ਮਾਲ ਲੋਡ ਕਰਕੇ ਡਿਫਰੈਂਟ ਸਟੇਟਸ 'ਚ ਗਏ ਸੀ, ਉਹਨਾਂ ਦੇ ਬਾਰਡਰਾਂ ਦੇ ਉੱਤੇ ਖੜੇ ਆ, ਡੀਲਰ ਸਾਡਾ ਮਾਲ ਨਹੀਂ ਰਖਵਾ ਰਿਹਾ ਆਪਣੇ ਅੰਦਰ। ਅਸੀਂ ਬੜੀ ਕਸੂਤੀ ਸਥਿਤੀ ਦੇ ਵਿੱਚ ਫਸੇ ਹੋਏ ਹਾਂ। ਮੈਂ ਤੁਹਾਡੇ ਨਾਲ ਗੱਲ ਕੀਤੀ ਹੈ, ਇਹ ਤਾਂ ਜਦੋਂ ਅਸੀਂ ਉੱਠਾਂਗੇ ਇਸ ਲੋਕਡਾਊਨ ਪੀਰੀਅਡ ਤੋਂ, ਪਤਾ ਨਹੀਂ ਕਦੋਂ ਨਿਕਲਾਂਗੇ। ਅੱਜ ਉਹ ਮੁਲਕ ਜਿਹੜੇ ਆਪਣੇ ਆਪ ਨੂੰ ਹੈਲਥ ਦੇ ਵਿੱਚ 1 ਨੰਬਰ ਤੇ ਸਮਝਦੇ ਸੀ, USA, UK, ਇਟਲੀ, ਫਰਾਂਸ, ਜਰਮਨੀ, ਸਪੇਨ, ਅੱਜ ਉਹਨਾਂ ਮੁਲਕਾਂ ਦੇ ਵਿੱਚ ਹਾਲ ਦੇਖੋ ਕੀ ਹੈ। ਸਾਡੇ ਪ੍ਰਧਾਨ ਮੰਤਰੀ ਜੀ ਨੇ ਬੜਾ ਅੱਛਾ ਡਿਸੀਜਨ ਲਿਆ, ਜਿਹੜਾ ਇਹ ਰਾਈਟ ਟਾਈਮ ਦੇ ਉੱਤੇ ਲੋਕਡਾਊਨ ਡਿਸੀਜਨ ਲਿਆ। ਪਰ ਮੈਂ ਇੱਥੇ ਤੁਹਾਡੇ ਨਾਲ ਇੱਕ ਗੱਲ ਦਾ ਜ਼ਿਕਰ ਕਰਨਾ ਚਾਹੁੰਦਾ ਕਿ ਲੋਕਡਾਊਨ ਹੋਣ ਦੇ ਬਾਵਜੂਦ ਵੀ ਇਹ ਜਿਹੜੀ ਰੇਸ਼ੋ ਆ, ਕੰਟੇਨਮੈਂਟ ਦੇ ਬਾਵਜੂਦ ਵੀ ਇਹ ਰੇਸ਼ੋ ਵੱਧ ਰਹੀ ਆ। ਅਗਰ ਇਹ ਲੋਕਡਾਊਨ ਨਾ ਹੁੰਦਾ ਤਾਂ ਸਾਡੇ ਮੁਲਕ ਦਾ ਕੀ ਹਾਲ ਹੁੰਦਾ? ਇਸ ਚੀਜ਼ ਤੋਂ ਸੁਚੇਤ ਰਹਿਣ ਦੀ ਲੋੜ ਆ। ਅਸੀਂ ਪੁਰਜੋਰ ਇੰਡਸਟਰੀ ਵੱਲੋਂ ਕੱਲ ਕੋਈ ਫੈਕਟਰੀਆਂ ਨਹੀਂ ਖੋਲ ਰਹੇ। ਅਸੀਂ ਕਿਹਾ ਜਦੋਂ ਇਹ ਫੈਕਟਰੀਆਂ ਚੇਨ ਦੇ ਵਿੱਚ ਖੁੱਲਣਗੀਆਂ, ਜਦੋਂ ਇਹ ਫੈਕਟਰੀਆਂ ਕੱਲੇ ਬੈਂਕ ਖੋਲ ਕੇ ਕੋਈ ਨਹੀਂ ਚੱਲਣਾ ਹੈਗਾ। ਜੇ ਸਾਡੇ ਖਾਤੇ 'ਚ ਪੈਸੇ ਹੀ ਨਹੀਂ ਆਉਣੇ, ਬੈਂਕ ਖੋਲਣ ਦਾ ਵੀ ਕੋਈ ਫਾਇਦਾ ਨਹੀਂ ਹੈਗਾ। ਅੱਜ ਖੋਲਣ ਦਾ ਫਾਇਦਾ ਹੈਗਾ, ਪਹਿਲਾਂ ਰਿਟੇਲ ਆਊਟਲੈਟਸ ਖੁੱਲਣ, ਫਿਰ ਰਿਟੇਲ ਆਊਟਲੈਟਸ ਤੋਂ ਬਾਅਦ ਇੰਡਸਟਰੀ ਖੁੱਲੇ, ਕਮਰਸ਼ੀਅਲ ਐਸਟੈਬਲਿਸ਼ਮੈਂਟਸ ਖੁੱਲਣ, ਫਿਰ ਖੋਲਣ ਦਾ ਫਾਇਦਾ। ਪਰ ਹਜੇ ਸਮਾਂ ਬੜਾ ਨਾਜ਼ੁਕ ਆ ਰਮਨਜੀਤ ਜੀ, ਇਸ ਵੇਲੇ ਸਮਾਂ ਬਹੁਤ ਨਾਜ਼ੁਕ ਆ। ਹਜੇ ਫੈਕਟਰੀਆਂ ਖੋਲਣ ਦਾ ਕੋਈ ਢੁਕਵਾਂ ਸਮਾਂ ਨਹੀਂ ਹੈਗਾ। ਔਰ ਜੇ ਇਹ ਸਾਡੇ ਇਸ ਵਕਤ ਫੈਲ ਗਈ ਕਰੋਨਾ, ਸਾਡੇ ਕੋਲੇ ਤਾਂ ਉਹਨੇ ਵੈਂਟੀਲੇਟਰ ਹੀ ਨਹੀਂ ਹੈਗੇ, ਸਾਡੇ ਕੋਲੇ ਤਾਂ ਉਹਨੇ ਹਸਪੀਟਲਾਈਜ਼ ਹੀ ਨਹੀਂ ਹੈਗੇ ਕਿ ਇਹ ਅਸੀਂ ਇਸ ਨੂੰ ਸੰਭਾਲ ਸਕੀਏ। ਇਹ ਇੱਕ ਬਹੁਤ ਵੱਡਾ ਡਿਜ਼ਾਸਟਰ ਹੋਏਗਾ। ਸਾਨੂੰ ਇੱਕੋ ਹੀ ਚੀਜ਼ ਹੈ ਕਿ ਸਟੇ ਹੋਮ, ਸਟੇ ਸੇਫ, ਸਟੇ ਹੈਲਦੀ। ਇਸ ਦੇ ਨਾਲ ਹੀ ਸਾਡੇ ਕੋਲ ਇੱਕੋ ਇੱਕ ਹੱਲ ਆ, ਅਸੀਂ ਘਰ ਦੇ ਵਿੱਚ ਆਪਣੇ ਆਪ ਨੂੰ ਕੁਆਰੰਟਾਈਨ ਕਰੀਏ, ਘਰ ਦੇ ਵਿੱਚ ਰਹੀਏ, ਐਮਰਜੈਂਸੀ ਸਰਵਿਸ ਵਾਸਤੇ ਸਿਰਫ ਬਾਹਰ ਜਾਈਏ, ਉਹ ਤੋਂ ਇਲਾਵਾ ਅਸੀਂ ਨਾ ਜਾਈਏ। ਨਹੀਂ ਤਾਂ ਬਹੁਤ ਵੱਡੀ ਗਲਤੀ ਹੋਏਗੀ ਜਿਹੜੀ ਅਸੀਂ ਆਉਣ ਵਾਲੇ ਕਈ ਸਾਲਾਂ ਤੱਕ ਪੂਰੀ ਨਹੀਂ ਕਰ ਸਕਾਂਗੇ। ਤੁਸੀਂ ਦੇਖੋ, ਇੱਕ ਡਿਊਟੀ ਦੇ ਉੱਤੇ ਹੁੰਦੇ ਹੋਏ ਇੱਕ ਸਾਡੇ ACP ਨਿਲ ਕੋਹਲੀ ਜੀ, ਜਿਹੜੀ ਦੇਖੋ ਉਹ ਡਿਊਟੀ ਕਰ ਰਹੇ ਸੀਗੇ, ਐਸੈਂਸ਼ੀਅਲ ਡਿਊਟੀ ਕਰਦੇ ਇਹ ਹਾਲ ਹੋ ਗਿਆ। ਨਾਰਮਲ ਡਿਊਟੀ ਕਰਦੇ ਤਾਂ ਸਾਡੇ ਅਗਰ ਲੇਬਰ ਤਬਕੇ ਦੇ ਵਿੱਚ ਇੰਨੀ ਸਫਾਈ ਵੀ ਨਹੀਂ ਹੈਗੀ ਤਾਂ ਉਹਨਾਂ ਵਾਸਤੇ ਬਹੁਤ ਇੱਕ ਮੁਸ਼ਕਲ ਆ ਕਿ ਜਿਹੜੀ ਕਿ ਇਸ ਚੀਜ਼ ਦੇ ਨਾਲ ਨਜਿੱਠਣਾ। ਬਹੁਤ ਬਹੁਤ ਧੰਨਵਾਦ ਜੀ ਗੁਰਮੀਤ ਸਿੰਘ ਕੁਲਾਰ ਜੀ, ਆਪਣਾ ਕੀਮਤੀ ਸਮਾਂ ਦੇਣ ਲਈ। ਤਾਂ ਇਹ ਸਨ ਸਾਡੇ ਨਾਲ ਗੁਰਮੀਤ ਸਿੰਘ ਕੁਲਾਰ ਜੀ, ਜਿਨ੍ਹਾਂ ਨੇ ਬਹੁਤ ਵਧੀਆ ਢੰਗ ਨਾਲ ਦੱਸਿਆ ਕਿ ਕੀ ਪਰੇਸ਼ਾਨੀਆਂ ਇੰਡਸਟਰੀ ਨੂੰ ਇਸ ਵੇਲੇ ਸਾਹਮਣਾ ਕਰਨਾ ਪੈ ਰਿਹਾ ਤੇ ਸਰਕਾਰ ਨੂੰ ਇਸ ਸਮੇਂ ਕਿਹੜੇ ਕਦਮ ਚੱਕਣੇ ਚਾਹੀਦੇ। ਤੇ ਇਹਨਾਂ ਨੇ ਇਹ ਵੀ ਕਿਹਾ ਕਿ ਕੱਲ ਇੰਡਸਟਰੀਆਂ ਇਹ ਨਹੀਂ ਖੋਲਣਗੇ ਕਿਉਂਕਿ ਜੋ ਚੇਨ ਹੈ, ਚੇਨ ਤੋਂ ਬਿਨਾਂ ਨਹੀਂ ਇੰਡਸਟਰੀਆਂ ਖੁੱਲ ਸਕਦੀਆਂ, ਕਿ ਸਾਰੀਆਂ ਸ਼ੌਪ ਰॉ ਮਟੀਰੀਅਲ ਵੀ ਚਾਹੀਦਾ, ਰਿਟੇਲਰਸ ਵੀ ਚਾਹੀਦੇ ਨੇ, ਖਰੀਦਦਾਰ ਵੀ ਚਾਹੀਦੇ ਨੇ, ਉਸ ਤੋਂ ਬਿਨਾਂ ਇੰਡਸਟਰੀਆਂ ਨਹੀਂ ਖੁੱਲ ਸਕਦੀਆਂ। ਤਾਂ ਵਧੇਰੇ ਅਪਡੇਟਸ ਸੀ ਸਾਡੇ ਨਾਲ ਜੁੜੇ ਰਹੋ। ਲੁਧਿਆਣਾ ਤੋਂ ਸਨਮਜੀਤ ਸਿੰਘ, ਲੁਧਿਆਣਾ ਟਾਈਮ।